ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਕਿ ਜਿਵੇਂ ਭੈਣਾਂ ਵੱਲੋਂ ਕਿਹਾ ਜਾ ਰਿਹਾ ਵੀ ਉਹਨਾਂ ਤੇ ਗੱਡੀ ਚੜਾਈ ਗਈ ਆ। ਗੱਲਬਾਤ ਕਰਾਂਗੇ ਭੈਣਾਂ ਨਾਲ। ਇੱਕ ਮੀਟਿੰਗ ਸਾਡੀ ਪੋਜ਼ਿਟਿਵ ਹੁੰਦੀ ਹੈ, ਦੂਜੀ ਨੈਗੇਟਿਵ ਹੋ ਜਾਂਦੀ ਆ। ਇਹਨਾਂ ਨੇ ਸਾਨੂੰ ਕੱਠ ਪੁਤਲੀਆਂ ਬਣਾਇਆ ਹੋਇਆ। ਜਿਸ ਦਿਨ ਅਸੀਂ ਕੋਈ ਐਕਟੀਵਿਟੀ ਕਰਦੇ ਆ ਜਾਂ ਟੋਲ ਪਲਾਜ਼ਾ ਦਾ ਰਸਤਾ ਬੰਦ ਕਰਦੇ ਆ, ਉਸੇ ਵੇਲੇ ਪ੍ਰਸ਼ਾਸਨ ਸਾਨੂੰ ਆ ਕੇ ਮੀਟਿੰਗ ਕਰਨ ਵਾਸਤੇ ਲੈ ਜਾਂਦੇ ਆ। ਮੀਟਿੰਗ ਦੇ ਵਿੱਚ ਇਹਨਾਂ ਦਾ ਪੋਜ਼ਿਟਿਵ ਰਵੱਈਆ ਹੁੰਦਾ ਵਾ। ਜਦੋਂ ਅਸੀਂ ਰਸਤਾ ਖੋਲ੍ਹ ਦਿੰਦੇ ਆ, ਉਸ ਤੋਂ ਬਾਅਦ ਕੰਮ ਫੇਰ ਢਿੱਲਾ ਪੈ ਜਾਂਦਾ। ਜਦੋਂ ਤੁਸੀਂ ਸਿੱਧੂ ਸਾਹਿਬ ਦੀ ਕੋਠੀ 'ਚ ਕਿੰਨੇ ਚਿਰ ਹੋ ਗਿਆ ਤੁਹਾਨੂੰ ਧਰਨਾ ਲੱਗਿਆ ਨੂੰ, ਤੇ ਅੱਜ ਜਿਹੜਾ ਹੋਇਆ ਕੀ ਸੀ ਸਵੇਰੇ ਅੱਜ ਕੋਠੀ ਦੇ ਬਾਹਰ? ਜਿਹੜਾ ਇਹਨਾਂ ਨੇ ਪੋਚਾ ਪਚਾਈ ਕਰਨ ਵਾਸਤੇ ਸਾਡੀ ਸੀਐਮ ਨਾਲ ਡਿਪਟੀ ਸੀਐਮ ਨਾਲ ਮੀਟਿੰਗ ਕਰਾ ਦਿੰਦੇ ਨੇ, ਕਹਿੰਦੇ ਨੇ ਕਿ ਉਹਨਾਂ ਨਾਲ ਗੱਲ ਕਰ ਲਓ। ਉਹ ਸਾਨੂੰ ਕਹਿੰਦੇ ਇੱਥੋਂ ਤੱਕ ਕੰਮ ਹੋਇਆ। ਜੇ ਉਹ ਕੰਮ ਵਾਕਿਆ ਹੀ ਹੋ ਰਿਹਾ ਵਾ, ਫਿਰ ਇਹ ਚੋਰ ਦਰਵਾਜ਼ਿਆਂ ਰਾਹੀਂ ਕਿਉਂ ਜਾ ਰਹੇ ਆ? ਇਹ ਸਿੱਧੂ ਸਾਹਿਬ ਨੂੰ ਅੱਗੇ ਜਾ ਕੇ ਅਸੀਂ ਪੁੱਛਣ ਵਾਸਤੇ ਸਾਡਾ ਹੱਕ ਨਹੀਂ ਬਣਦਾ। ਉਹਦੇ ਗਨਮੈਨਾਂ ਨੇ ਕੁੜੀਆਂ ਸਾਡੀਆਂ ਧੂ ਕੇ ਗੁੱਤਾਂ ਤੋਂ ਫੜ ਕੇ ਲੱਤਾਂ ਤੋਂ ਖਿੱਚ ਕੇ ਉਹਨਾਂ ਦੀ ਬੁਰੀ ਹਾਲਤ ਕਰਤੀ ਹੈ। ਈਵਨ ਕਿ ਸਿੱਧੂ ਨੇ ਆਪ ਵਿੱਚ ਬੈਠ ਕੇ ਬਾਰੀ ਦੇ ਵਿੱਚੋਂ ਗੰਦੀਆਂ ਗਾਲਾਂ ਕੱਢੀਆਂ। ਅੱਗੇ ਸਿੱਧੂ ਦੀ ਗੱਡੀ ਹੋਇਆ ਕਰੇਗੀ, ਪਿੱਛੇ ਅਸੀਂ ਹੋਇਆ ਕਰਾਂਗੇ। ਇਹਦਾ ਜਲੂਸ ਅਸੀਂ ਨਾਲ ਕੱਢਾਂਗੇ। ਇਹ ਨਹੀਂ ਇਕੱਲੇ ਸਿੱਧੂ ਦਾ ਨਿਕਲੂਗਾ, ਇਹ ਸਾਰੇ ਲੋਟੂ ਟੋਲੇ ਦਾ ਹੋਊਗਾ। ਤੁਸੀਂ ਦੱਸ ਦਿਓ, ਤੁਸੀਂ ਮੀਡੀਆ ਨਾ ਤੁਹਾਡਾ, ਤੁਸੀਂ ਦੱਸੋ ਕਿ ਚੰਨੀ ਸਾਹਿਬ ਕਿਸੇ ਧਰਨੇ 'ਚ ਗਏ? ਚੰਨੀ ਸਾਹਿਬ ਜਾਂਦੇ, ਜੇ ਕੋਈ ਧਾਰ ਕੱਢਣ ਡਿਆ ਮੱਝ ਦੀ ਤਾਂ ਉੱਥੇ ਥਾਪੀ ਮਾਰ ਕੇ ਬਹਿ ਜਾਂਦਾ, ਮੈਨੂੰ ਧਾਰ ਕੱਢਣੀ ਆਉਂਦੀ ਆ। ਉਹ ਲਾਨਤ ਡੁੱਬ ਕੇ ਮਰ ਜਾ, ਕੰਮ ਤੇ ਕੋਈ ਕਰਦੇ ਚੱਜ ਦਾ ਮੁਲਾਜ਼ਮ, ਤੇਰੀ ਜਾਨ ਨੂੰ ਰੋਣ ਡੇ ਆ। ਸਾਡੀ ਭੈਣ ਜਦੋਂ ਉਹਨਾਂ ਦੇ ਅੱਗੇ ਆਈ ਕਿ ਸਰ ਪਲੀਜ਼ ਸਾਡੀ ਰਿਕੁਐਸਟ ਨੂੰ ਹੱਥ ਜੋੜ ਕੇ, ਪਰ ਸਿੱਧੂ ਸਾਹਿਬ ਨੇ ਉਹਨਾਂ ਨੂੰ ਸਾਈਡ ਮਾਰ ਕੇ ਉਹ ਆਪ ਆਪਣੀ ਗੱਡੀ ਭਜਾ ਕੇ ਚਲੇ ਗਏ। ਤਸਵੀਰਾਂ ਵਿਖਾ ਰਹੇ ਆ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੇ ਘਰ ਦੀਆਂ, ਜਿੱਥੇ ਕਿ ਮਲਟੀ ਹੈਲਥ ਵਰਕਰ ਵੱਲੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ, ਅਤੇ ਵੱਡੀ ਤਾਦਾਦ ਵਿੱਚ ਇਹ ਜਿਹੜੇ ਪ੍ਰਦਰਸ਼ਨਕਾਰ ਜਿਹੜੇ ਸਾਡੀਆਂ ਭੈਣਾਂ ਦਿਨ ਰਾਤ ਜਿਹੜਾ ਵਾ ਸਿੱਧੂ ਦੀ ਕੋਠੀ ਦੇ ਬਾਹਰ ਨੇ। ਪਰ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਕਿ ਜਿਵੇਂ ਭੈਣਾਂ ਵੱਲੋਂ ਕਿਹਾ ਜਾ ਰਿਹਾ ਵੀ ਉਹਨਾਂ ਤੇ ਗੱਡੀ ਚੜਾਈ ਗਈ ਆ। ਗੱਲਬਾਤ ਕਰਾਂਗੇ ਭੈਣਾਂ ਨਾਲ। ਭੈਣਾਂ, ਕੀ ਨਾਮ ਤੁਹਾਡਾ ਤੇ ਕੀ ਹੋਇਆ ਕੀ ਸੀ ਅੱਜ? ਸਰ, ਮੇਰਾ ਨਾਮ ਸਤਿੰਦਰ ਕੌਰ ਹੈ। ਅਸੀਂ ਇੱਥੇ 1.5 ਮਹੀਨੇ ਤੋਂ ਮੋਰਚਾ ਲਾਇਆ ਹੋਇਆ ਸੀਗਾ ਪਹਿਲਾਂ ਤੋਂ ਹੀ, ਤੇ ਸਾਡਾ ਇੱਕ ਟੋਲ ਪਲਾਜ਼ਾ ਤੇ ਮੋਰਚਾ ਚੱਲਦਾ ਪਿਆ ਸੀਗਾ। ਅੱਜ ਸਾਡੀਆਂ ਕੁੜੀਆਂ ਨੂੰ ਬਹੁਤ ਦਿੱਕਤ ਆਉਂਦੀ ਸੀ, ਰਾਤ ਇੱਧਰ ਸ਼ਿਫਟ ਕਰਨ ਦੀ, ਦਿਨੇ ਇੱਧਰ ਦੀ ਦੋ ਥਾਂ ਤੇ ਡਿਊਟੀਆਂ ਕਰਨ ਵਿੱਚ ਮੁਸ਼ਕਲ ਆਉਂਦੀ ਸੀ। ਅੱਜ ਸਾਡੀ ਜਿਹੜੀ ਹੈ ਸਟੇਟ ਕਮੇਟੀ, ਉਹਦਾ ਫੈਸਲਾ ਸੀਗਾ ਕਿ ਇਹ ਮੋਰਚਾ ਜਿਹੜਾ ਅਸੀਂ ਕੱਥੂ ਨੰਗਲ ਸ਼ਿਫਟ ਕੀਤਾ ਜਾਵੇ ਸਾਡਾ, ਕਿਉਂਕਿ ਪਹਿਲਾਂ ਤੇ ਅਸੀਂ ਨਹੀਂ ਕੀ ਕੀਤਾ ਸੀਗਾ ਕਿ ਸਰਕਾਰ ਨੇ ਸਾਨੂੰ ਬੜੀ ਚੰਗੀ ਤਰ੍ਹਾਂ ਭਰੋਸਾ ਦਿੱਤਾ ਸੀਗਾ ਕਿ ਆਉਣ ਵਾਲੀ 2-3 ਦਿਨ ਤੱਕ ਦੀ ਮੀਟਿੰਗ ਦੇ ਵਿੱਚ ਤੁਹਾਡਾ ਜਿਹੜਾ ਵਾ ਉਹ ਤੁਹਾਨੂੰ ਰੈਗੂਲਾਈਜੇਸ਼ਨ ਕੀਤਾ ਦੇ ਆਰਡਰ ਮਿਲ ਜਾਣਗੇ। ਉਸ ਤੋਂ ਬਾਅਦ ਇੱਕ ਮੀਟਿੰਗ ਸਾਡੀ ਪੋਜ਼ਿਟਿਵ ਹੁੰਦੀ ਹੈ, ਦੂਜੀ ਨੈਗੇਟਿਵ ਹੋ ਜਾਂਦੀ ਆ। ਇਹਨਾਂ ਨੇ ਸਾਨੂੰ ਕੱਠ ਪੁਤਲੀਆਂ ਬਣਾਇਆ ਹੋਇਆ। ਜਿਸ ਦਿਨ ਅਸੀਂ ਕੋਈ ਐਕਟੀਵਿਟੀ ਕਰਦੇ ਆ ਜਾਂ ਟੋਲ ਪਲਾਜ਼ਾ ਦਾ ਰਸਤਾ ਬੰਦ ਕਰਦੇ ਆ, ਉਸੇ ਵੇਲੇ ਪ੍ਰਸ਼ਾਸਨ ਸਾਨੂੰ ਆ ਕੇ ਮੀਟਿੰਗ ਕਰਨ ਵਾਸਤੇ ਲੈ ਜਾਂਦੇ ਆ। ਮੀਟਿੰਗ ਦੇ ਵਿੱਚ ਇਹਨਾਂ ਦਾ ਪੋਜ਼ਿਟਿਵ ਰਵੱਈਆ ਹੁੰਦਾ ਵਾ। ਜਦੋਂ ਅਸੀਂ ਰਸਤਾ ਖੋਲ੍ਹ ਦਿੰਦੇ ਆ, ਉਸ ਤੋਂ ਬਾਅਦ ਕੰਮ ਫੇਰ ਢਿੱਲਾ ਪੈ ਜਾਂਦਾ। ਫਿਰ ਅਸੀਂ ਤੀਜੇ ਦਿਨ ਇਹਨਾਂ ਨੂੰ ਪੁੱਛਣ ਜਾਂਦੇ ਆ। ਫਿਰ ਮੰਤਰੀ ਸਾਹਿਬ ਆਪਣੇ ਵਿਊ ਇਹ ਦਿੰਦੇ ਆ ਕਿ ਮੈਂ ਤੇ ਕਰਦਾ ਪਿਆ ਵਾਂ, ਮੇਰਾ ਉੱਪਰੋਂ ਜ਼ੋਰ ਨਹੀਂ ਪੈਂਦਾ ਪਿਆ। ਅਸੀਂ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਮਹਿਕਮੇ ਦੇ ਤੁਸੀਂ ਮਾਲਕ ਹੋਵੋ, ਹੈਲਥ ਡਿਪਾਰਟਮੈਂਟ ਦੇ ਤੁਸੀਂ ਮਿਨਿਸਟਰ ਹੋਵੋ, ਡਿਪਟੀ ਸੀਐਮ ਹੋ, ਤੇ ਤੁਹਾਨੂੰ ਕੌਣ ਕਹਿ ਸਕਦਾ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ? ਨਾਲੇ ਐਡਾ ਅਸੀਂ ਨਜਾਇਜ਼ ਕੰਮ ਇਹਨਾਂ ਕੋਲ ਕੋਈ ਕਰਾਉਣ ਡੇ ਆ? ਅਸੀਂ ਖਾਲੀ ਪਈਆਂ ਸ਼ੀਟਾਂ ਤੇ ਕੰਮ ਕਰਦੇ ਪਏ ਆ। ਇਸ ਤੋਂ ਪਹਿਲੀ ਜਦੋਂ ਤੁਸੀਂ ਸਿੱਧੂ ਸਾਹਿਬ ਦੀ ਕੋਠੀ 'ਚ ਕਿੰਨੇ ਚਿਰ ਹੋ ਗਿਆ ਤੁਹਾਨੂੰ ਧਰਨਾ ਲੱਗਿਆ ਨੂੰ, ਤੇ ਅੱਜ ਜਿਹੜਾ ਹੋਇਆ ਕੀ ਸੀ ਸਵੇਰੇ ਅੱਜ ਕੋਠੀ ਦੇ ਬਾਹਰ? ਸਰ, ਜਦੋਂ ਅਸੀਂ ਮੋਰਚਾ ਸ਼ਿਫਟ ਕਰਨ ਵਾਸਤੇ ਇੱਥੇ ਆਏ ਆ, ਗੈਦਰਿੰਗ ਕੀਤੀ ਆ ਕਿ ਅਸੀਂ ਮੋਰਚਾ ਇਸ ਤਰ੍ਹਾਂ ਨਹੀਂ ਖੜਨਾ। ਇੱਕ ਵਾਰੀ ਪਹਿਲਾਂ ਉਹਨਾਂ ਨੂੰ ਪੁੱਛ ਲੈਨੇ ਆ ਕਿ ਉਹਨਾਂ ਦੇ ਵਿਊ ਲਈਏ ਕਿ ਸਾਡਾ ਜੇਕਰ ਕੰਮ 1-2 ਦਿਨ ਦੇ ਵਿੱਚ ਹੋ ਜਾਣਾ, ਤੇ ਅਸੀਂ ਉਹਨਾਂ ਨੂੰ ਹੀ ਵਾਹ ਦਵਾਵਾਂਗੇ। ਅਸੀਂ ਉਹਨਾਂ ਨੂੰ ਕਵਾਂਗੇ ਸਾਡੇ ਮੋਰਚੇ 'ਚ ਆ ਕੇ ਤੇ ਸਾਨੂੰ ਆਰਡਰ ਦੇਣ, ਤੇ ਜੇਕਰ ਥੋੜਾ ਲੰਬਾ ਪ੍ਰੋਸੈਸ ਹੋਏਗਾ ਤੇ ਅਸੀਂ ਮੋਰਚਾ ਚੁੱਕ ਕੇ ਉੱਥੇ ਲੈ ਜਾਾਂਗੇ। ਅਸੀਂ ਤੇ ਗੱਲ ਕਰਨ ਵਾਸਤੇ ਜਦ ਉਹਨਾਂ ਦਾ ਫਰਜ਼ ਬਣਦਾ ਕਿ ਧੀਆਂ ਭੈਣਾਂ ਉਹਨਾਂ ਦੇ ਬੂਹੇ ਅੱਗੇ ਬੈਠੀਆਂ ਨੇ, ਉਹ 2 ਟਾਈਮ ਸਾਡੇ ਕੋਲ ਆਉਣ। ਜਦੋਂ ਉੱਥੋਂ ਆਉਂਦੇ ਆ ਹਫਤੇ ਦੇ ਵਿੱਚ ਆਉਂਦੇ, ਹਫਤੇ ਦਾ ਉਹਨਾਂ ਦਾ ਫਰਜ਼ ਬਣਦਾ ਕਿ ਪਹਿਲਾਂ ਆ ਕੇ ਸਾਡਾ ਹਾਲ ਜਾਣਨ। ਉਹ ਚੋਰ ਦਰਵਾਜ਼ੇ ਰਾਹੀਂ ਅੰਦਰ ਜਾ ਰਹੇ ਆ। ਇਹਦਾ ਮਤਲਬ ਇਹਨਾਂ ਦੀ ਨੀਤ ਖਰਾਬ ਆ। ਜਿਹੜਾ ਇਹਨਾਂ ਨੇ ਪੋਚਾ ਪਚਾਈ ਕਰਨ ਵਾਸਤੇ ਸਾਡੀ ਸੀਐਮ ਨਾਲ ਡਿਪਟੀ ਸੀਐਮ ਨਾਲ ਮੀਟਿੰਗ ਕਰਾ ਦਿੰਦੇ ਨੇ, ਕਹਿੰਦੇ ਨੇ ਕਿ ਉਹਨਾਂ ਨਾਲ ਗੱਲ ਕਰ ਲਓ। ਉਹ ਸਾਨੂੰ ਕਹਿੰਦੇ ਇੱਥੋਂ ਤੱਕ ਕੰਮ ਹੋਇਆ। ਜੇ ਉਹ ਕੰਮ ਵਾਕਿਆ ਹੀ ਹੋ ਰਿਹਾ ਵਾ, ਫਿਰ ਇਹ ਚੋਰ ਦਰਵਾਜ਼ਿਆਂ ਰਾਹੀਂ ਕਿਉਂ ਜਾ ਰਹੇ ਆ? ਇਹ ਸਿੱਧੂ ਸਾਹਿਬ ਨੂੰ ਅੱਗੇ ਜਾ ਕੇ ਅਸੀਂ ਪੁੱਛਣ ਵਾਸਤੇ ਸਾਡਾ ਹੱਕ ਨਹੀਂ ਬਣਦਾ। ਕੋਈ ਅਸੀਂ ਘਰਾਂ ਤੋਂ ਵਿਹਲੇ ਥੋੜ੍ਹੇ ਆ ਕਿ ਆ ਗਿਆ, ਚੱਲ ਗਿਆ, ਲੰਘ ਗਿਆ ਤੇ ਅਸੀਂ ਆਰਾਮ ਨਾਲ ਬੈਠੇ ਰਹੀਏ। ਅਸੀਂ ਉਹਨੂੰ ਪੁੱਛਣਾ ਚਾਹਿਆ। 8 ਦਿਨ ਅਸੀਂ ਉਹਦੀ ਵੇਟ ਕਰਦੇ ਰਹਿੰਦੇ ਆ, ਕਦੋਂ ਸ਼ੁੱਕਰਵਾਰ ਆਵੇ, ਸ਼ਨੀਵਾਰ ਆਵੇ ਤੇ ਉਹ ਘਰ ਆਵੇ ਤੇ ਅਸੀਂ ਉਹਨੂੰ ਪੁੱਛੀਏ। ਅਸੀਂ ਉਹਨੂੰ ਪੁੱਛਣ ਵਾਸਤੇ ਅੱਗੇ ਹੋਏ ਆ। ਕੀ ਅਸੀਂ ਗੁਨਾਹ ਕਰਤਾ ਕਿ ਅਸੀਂ ਉਹਨੂੰ ਪੁੱਛਣ ਵਾਸਤੇ ਅੱਗੇ ਹੋਏ ਆ? ਉਹਦੇ ਗਨਮੈਨਾਂ ਨੇ ਕੁੜੀਆਂ ਸਾਡੀਆਂ ਧੂ ਕੇ ਗੁੱਤਾਂ ਤੋਂ ਫੜ ਕੇ ਲੱਤਾਂ ਤੋਂ ਖਿੱਚ ਕੇ ਉਹਨਾਂ ਦੀ ਬੁਰੀ ਹਾਲਤ ਕਰਤੀ ਹੈ। ਈਵਨ ਕਿ ਸਿੱਧੂ ਨੇ ਆਪ ਵਿੱਚ ਬੈਠ ਕੇ ਬਾਰੀ ਦੇ ਵਿੱਚੋਂ ਗੰਦੀਆਂ ਗਾਲਾਂ ਕੱਢੀਆਂ। ਸਿੱਧੂ ਨੇ ਵੀ ਕੱਢੀਆਂ, ਉਹਦੇ ਗਨਮੈਨਾਂ ਨੇ ਵੀ ਕੱਢੀਆਂ ਗਾਲਾਂ। ਇਹਨਾਂ ਦਾ ਅਸੀਂ ਇੰਨਾ ਕੁ ਜੀਣਾ ਹਰਾਮ ਕਰ ਦਾਂਗੇ ਕਿ ਆਹ ਪ੍ਰਚਾਰ ਅਸੀਂ ਇਹਨਾਂ ਦੇ ਇਲਾਕਿਆਂ ਦੇ ਵਿੱਚ ਕਰਾਵਾਂਗੇ। ਜਿੱਥੇ ਇਹਨਾਂ ਵੋਟਾਂ ਲੈਣ ਜਾਣਾ, ਉੱਥੇ ਅਸੀਂ ਇਹ ਪ੍ਰਚਾਰ ਕਰਾਂਗੇ ਕਿ ਜੇਕਰ ਇਹਨਾਂ ਨੂੰ ਵੋਟਾਂ ਪਾਓਗੇ, ਧੀਆਂ ਭੈਣਾਂ ਦੀਆਂ ਲੱਤਾਂ ਤੜਵਾਓਗੇ, ਲੱਕ ਤੜਵਾਓਗੇ ਤੇ ਗੁੱਤਾਂ ਪਟਾਓਗੇ। ਤੇ ਲੋਕੋ ਜਾਗ ਜੋ ਇਹਨਾਂ ਚੋਰਾਂ ਨੂੰ ਅੱਗੇ
ਆਉਣ ਨਾ ਦਿਓ। ਜੇਕਰ ਇਹਨਾਂ ਦੇ ਇਹੋ ਰਵੱਈਆ ਰਿਹਾ ਤੇ ਇਹਦੇ ਤੋਂ ਜ਼ਿਆਦਾ ਸਖਤ ਰਵੱਈਆ ਸਾਡਾ ਹੋਏਗਾ। ਤੇ ਭੈਣ ਜੀ ਮੈਨੂੰ ਦੱਸੋ ਵੀ ਜਿਹੜੀ ਭੈਣ ਦੇ ਉੱਤੇ ਜਿਹੜੀ ਗੱਡੀ ਚੜਾਈ ਗਈ ਆ ਉਸਦੇ ਹਾਲਾਤ ਕੀ ਨੇ ਤੇ ਉਹ ਕਿੱਥੇ ਜਿਹੜੀ ਨੂੰ ਐਡਮਿਟ ਕਰਾਇਆ ਗਿਆ ਵਾ ਤੇ ਕੀ ਨਾਂ ਕੀ ਉਹ ਭੈਣ ਦਾ? ਉਸ ਭੈਣ ਦਾ ਨਾਂ ਅਮਨਦੀਪ ਕੌਰ ਆ। ਮਾਨਾ ਵਾਲੇ PSC ਦੇ ਵਿੱਚ ਉਹ ਤਾਇਨਾਤ ਹੈਗੀ ਆ ਇਸ ਟਾਈਮ। ਉਹਨੂੰ 108 ਦੇ ਜਿਹੜੀ ਐਂਬੂਲੈਂਸ ਦੇ ਵਿੱਚ ਗੁਰੂ ਨਾਨਕ ਹਸਪੀਟਲ ਖੜਿਆ ਗਿਆ। ਹੁਣੇ ਰਿਪੋਰਟ ਆਈ ਆ ਕਿ ਉਹਦੇ ਜਿਹੜੇ ਲੱਤ ਤੇ ਫ੍ਰੈਕਚਰ ਤੇ ਪਹਿਲਾਂ ਰਿਪੋਰਟ ਸੀਗੀ, ਹੁਣ ਉਹਦੀ ਆਈ ਆ ਕਿ ਜਿਹੜੀ ਉਹਦੀ ਬੈਕ ਬੋਨ ਸੀਗੀ ਉਹਦੇ ਵਿੱਚ ਫ੍ਰੈਕਚਰ ਆ। ਤੁਸੀਂ ਦੱਸੋ ਕਿ ਜਿੱਦਾਂ ਬੈਕ ਬੋਨ ਤੇ ਵੈਸੇ ਥੋੜੀ ਡਿਸਕ ਪ੍ਰੋਬਲਮ ਹੋਏ ਤੇ ਉਹਦੇ ਕੋਲ ਨਹੀਂ ਉੱਠਿਆ ਜਾਂਦਾ। ਜਿਹਦੀ ਡਿਸਕ ਦੇ ਵਿੱਚ ਫ੍ਰੈਕਚਰ ਆ ਗਿਆ ਵਾ ਉਹਦੀ ਜ਼ਿੰਦਗੀ ਬਰਬਾਦ ਹੋ ਗਈ, ਉਹਦੇ ਘਰਦਿਆਂ ਦੀ ਜ਼ਿੰਦਗੀ, ਉਹਦੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਹੋ ਗਈ, ਜਿਨ੍ਹਾਂ ਨੇ ਉਹਨਾਂ ਨੂੰ ਬੈੱਡ ਤੇ ਖਵਾਉਣਾ ਪਿਆਉਣਾ ਤੇ ਬੈੱਡ ਤੇ ਹੀ ਉਹਨੂੰ ਜਿਹੜਾ ਵਾ ਆਪਣਾ ਉਹਦਾ ਸਾਰਾ ਕੁਝ ਕਰਾਉਣਾ। ਲੈਟਰਿਨ ਬਾਥਰੂਮ ਵੀ ਉਹਨੂੰ ਬੈੱਡ ਤੇ ਕਰਾਉਣਾ ਪਏਗਾ, ਉਹਨੂੰ ਖਾਣਾ ਵੀ ਬੈੱਡ ਤੇ ਦੇਣਾ ਪਊ। ਇੱਕ ਕੁੜੀ ਦੇ ਨਾਲ ਉਹਦੇ ਪਰਿਵਾਰ ਦੀ ਜ਼ਿੰਦਗੀ ਖਰਾਬ ਹੋ ਗਈ ਆ ਇਹਨਾਂ ਦੀਆਂ ਹਾਲਾਤਾਂ ਕਰਕੇ। ਇਹ ਹਾਲਾਤ ਨੇ ਇਸ ਸਰਕਾਰ ਦੇ। ਉਹ ਲਾਹਨਤ ਉਹ ਸਰਕਾਰ ਦੀ ਜਿਹਦੇ ਸਰਕਾਰ ਦੇ ਵਿੱਚ ਧੀਆਂ ਭੈਣਾਂ ਸੜਕਾਂ ਤੇ ਰੁਲਦੀਆਂ ਹੋਣ, ਇੱਕ ਖਾਲੀ ਪਈਆਂ ਮਹਿਕਮੇ 'ਚ ਪੋਸਟਾਂ ਹੋਣ, ਇੱਕ ਕੁੜੀ ਤਿੰਨ ਸਟੇਸ਼ਨਾਂ ਤੇ ਐਡੀਸ਼ਨਲ ਚਾਰਜ ਲੈ ਕੇ ਕੰਮ ਕਰਦੀ ਹੋਵੇ ਤੇ ਉੱਥੇ ਕਿਹਾ ਜਾਵੇ ਕਿ ਸਾਨੂੰ ਇੱਕ ਪੋਸਟ ਤੇ ਸਾਨੂੰ ਇੱਥੇ ਐਡਜਸਟ ਕੀਤਾ ਜਾਵੇ, ਰੈਗੂਲਰ ਕੀਤਾ ਜਾਏ ਤੇ ਉਹਨਾਂ ਦੇ ਲੱਕ ਤੋੜੇ ਜਾਣ ਤੇ ਲੱਤਾਂ ਤੋੜੀਆਂ ਜਾਣ। ਲਾਹਨਤ ਇਹੋ ਜੀ ਸਰਕਾਰ ਦੇ। ਕਹਿੰਦੇ ਕੀ ਕਹਿਣਾ ਚਾਹੋਗੇ? ਵੋਟਾਂ 2022 ਦੇ ਨੇੜੇ ਆ ਰਹੀਆਂ ਨੇ, ਸਿੱਧੂ ਸਾਹਿਬ ਨੇ ਆਪਣੇ ਹਲਕੇ 'ਚ ਜਾ ਕੇ ਚੋਣ ਪ੍ਰਚਾਰ ਕਰਨਾ ਵਾ। ਤੁਸੀਂ ਕਿਸ ਤਰ੍ਹਾਂ ਜਾ ਕੇ ਉੱਥੇ ਜਿਹੜਾ ਗੱਲਬਾਤ ਕਰੋਗੇ, ਕਿਸ ਤਰ੍ਹਾਂ ਉਹਨਾਂ ਦਾ ਪ੍ਰਚਾਰ? ਅਸੀਂ ਸਾਰੇ ਹੀ ਇੱਥੇ ਫੀਲਡ ਮੁਲਾਜ਼ਮ ਹੈਗੇ ਆ, ਸਾਰੇ ਹੀ ਅਸੀਂ ਫੀਲਡ ਮੁਲਾਜ਼ਮ ਆ। ਸਿੱਧੂ ਹੁਣਾਂ ਨਾਲੋਂ ਜ਼ਿਆਦਾ ਰਿਸਪੈਕਟ ਸਾਡੀ ਆ ਫੀਲਡ ਵਿੱਚ। ਜਦ ਇਹਨਾਂ ਨੇ ਟੀਕਾਕਰਨ ਦੀ ਮੁਹਿੰਮ ਚਲਾਈ ਸੀ, ਲੋਕ ਕਹਿੰਦੇ ਸੀ ਅਸੀਂ ਟੀਕੇ ਨਹੀਂ ਲਵਾਉਣੇ, ਇਹ ਚੋਰਾਂ ਦਾ ਕੋਈ ਪਤਾ ਨਹੀਂ, ਇਹ ਕਾਹਦੇ ਵਾਸਤੇ ਲਗਾ ਰਹੇ। ਜਦੋਂ ਪਤਾ ਲੱਗਾ ਕਿ ਅਸੀਂ ਟੀਕੇ ਲਾਉਣੇ ਆ, ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹੋਏ ਕਿ ਸਾਡੀਆਂ ਭੈਣਾਂ ਨੇ ਟੀਕੇ ਲਾਉਣੇ, ਉਹਨਾਂ ਨੇ ਟੀਕਾਕਰਨ ਸਕਸੈਸਫੁਲ ਹੋਣ ਵਿੱਚ ਸਭ ਤੋਂ ਵੱਡਾ ਸਾਡਾ ਏਨਮ ਦਾ ਰੋਲ ਆ। ਤੇ ਜੇ ਸਾਡਾ ਇੰਨਾ ਰੋਲ ਆ, ਅੱਗੇ ਸਿੱਧੂ ਦੀ ਗੱਡੀ ਹੋਇਆ ਕਰੇਗੀ, ਪਿੱਛੇ ਅਸੀਂ ਹੋਇਆ ਕਰਾਂਗੇ। ਇਹਦਾ ਜਲੂਸ ਅਸੀਂ ਨਾਲ ਕੱਢਾਂਗੇ। ਇਹ ਨਹੀਂ ਇਕੱਲੇ ਸਿੱਧੂ ਦਾ ਨਿਕਲੂਗਾ, ਇਹ ਸਾਰੇ ਲੋਟੂ ਟੋਲੇ ਦਾ ਹੋਊਗਾ। ਪੰਜਾਬ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਸਾਡੀਆਂ ਭੈਣਾਂ ਇੱਥੇ ਬੈਠੀਆਂ ਨੇ। ਹਰ ਇੱਕ ਕੁੜੀ ਕੋਲ 7-7 8-8 9-9 10-10 ਪਿੰਡ ਨੇ। ਅੱਗੇ ਚੋਰ ਜਾਇਆ ਕਰਨਗੇ ਚੋਣ ਪ੍ਰਚਾਰ ਕਰਨ, ਪਿੱਛੇ ਸਾਡੇ ਮੁਲਾਜ਼ਮ ਜਾਇਆ ਕਰਨਗੇ ਇਹਨਾਂ ਦੀ ਖਾਨਾਪੂਤੀ ਕਰਨ ਕਿ ਇਹ ਕੀ ਕਰਦੇ ਪਏ। ਲੋਕੋ ਜਾਗੋ, ਇਹਨਾਂ ਦਾ ਜਲੂਸ ਹੈ ਕਿ ਰੱਜ ਕੇ ਕੱਢਾਂਗੇ। ਚੰਨੀ ਸਾਹਿਬ ਤੇ ਕਹਿੰਦੇ ਨੇ ਵੀ ਆਮ ਲੋਕਾਂ ਦੀ ਸਰਕਾਰ ਆ, ਗਰੀਬ ਲੋਕਾਂ ਦੀ ਸਰਕਾਰ ਆ। ਮੈਂ ਹਰ ਇੱਕ ਦਾ ਦਰਦ ਜਿਹੜਾ ਸਮਝਦਾ ਵਾ, ਹਰ ਇੱਕ ਦਾ ਭੈਣ ਦਾ ਜਿਹੜਾ ਦੁੱਖ ਦਾ ਜਿਹੜਾ ਰਾਤ ਦੇ 2-2 2:30 ਵਜੇ ਤੱਕ ਸੌਂਦਾ ਵਾ। ਫਿਰ ਤੁਹਾਡਾ ਦਰਦ ਕਿਉਂ ਨਹੀਂ ਸੁਣਦਾ ਅਸਲੀ ਚੰਨੀ ਸਾਹਿਬ ਨੂੰ? ਚੰਨੀ ਸਾਹਿਬ ਸਾਨੂੰ ਮਿਲਣ। ਮੁਲਾਜ਼ਮ ਜਥੇਬੰਦੀਆਂ, ਹਰ ਡਿਪਾਰਟਮੈਂਟ, ਹਰ ਕੈਡਰ ਜਿਹੜਾ ਸੜਕਾਂ ਤੇ ਰੁਲਦਾ ਪਿਆ, ਹਰ ਕੈਡਰ ਸੜਕਾਂ ਤੇ ਰੁਲਦਾ ਪਿਆ ਵਾ। ਚੰਨੀ ਸਾਹਿਬ ਮੈਨੂੰ ਤੁਸੀਂ ਦੱਸ ਦਿਓ, ਤੁਸੀਂ ਮੀਡੀਆ ਦਾ ਤੁਹਾਡਾ, ਤੁਸੀਂ ਦੱਸੋ ਕਿ ਚੰਨੀ ਸਾਹਿਬ ਕਿਸੇ ਧਰਨੇ 'ਚ ਗਏ? ਚੰਨੀ ਸਾਹਿਬ ਜਾਂਦੇ, ਜੇ ਕੋਈ ਧਾਰ ਕੱਢਣ ਡਿਆ ਮੱਝ ਦੀ ਤਾਂ ਉੱਥੇ ਥਾਪੀ ਮਾਰ ਕੇ ਬਹਿ ਜਾਂਦਾ, ਮੈਨੂੰ ਧਾਰ ਕੱਢਣੀ ਆਉਂਦੀ ਆ। ਜੇ ਕੋਈ ਉੱਥੇ ਵਲੇ ਤੇ ਚੜਿਆ ਕਹਿੰਦਾ ਮੈਨੂੰ ਕੁੰਡੀ ਲਾਉਣੀ ਆਉਂਦੀ ਆ। ਜੇ ਕੋਈ ਟਰੱਕ ਚਲਾਉਣ ਡਿਆ ਕਹਿੰਦਾ ਮੈਨੂੰ ਟਰੱਕ ਚਲਾਉਣਾ ਆਉਂਦਾ। ਜੇ ਕੋਈ ਹੋਟਲ 'ਚ ਚਾਹ ਬਣਾਉਣ ਡਿਆ ਕਹਿੰਦਾ ਮੈਨੂੰ ਚਾਹ ਬਣਾਉਣੀ ਆਉਂਦੀ। ਉਹ ਲਾਨਤ ਡੁੱਬ ਕੇ ਮਰ ਜਾ, ਕੰਮ ਤੇ ਕੋਈ ਕਰਦੇ ਚੱਜ ਦਾ। ਮੁਲਾਜ਼ਮ ਤੇਰੀ ਜਾਨ ਨੂੰ ਰੋਣ ਡੇ ਆ, ਇਹ ਕਰਕੇ ਤੇ ਕੋਈ ਮੰਜੀਆਂ ਲਾਉਣੀਆਂ, ਕਹਿੰਦਾ ਮੈਨੂੰ ਮੰਜੀ ਵੀ ਆਉਣੀ ਆਉਂਦੀ ਆ। ਉਹਨੂੰ ਅਸੀਂ ਤੇ ਇਹ ਵੀ ਕਿਹਾ ਮੀਡੀਆ ਦੇ ਗਾੜੀ, ਅਸੀਂ ਇਹ ਵੀ ਕਹਿ ਰਹੇ ਆ ਕਿ ਉਹਨੂੰ ਕਹੋ ਕਿਸੇ ਨੇ ਮੰਜੀ ਬਣਾਉਣੀ ਹੈ, ਇਸੇ ਬਹਾਨੇ ਸਾਡੇ ਮੱਥੇ ਲੱਗ ਜੇ। ਲਾਨਤ ਇਹੋ ਜਿਹੇ ਮੁੱਖ ਮੰਤਰੀ ਦੀ। ਉਹ ਲੋਕਾਂ ਕਦੀ ਇੱਥੇ ਸੜਕ ਬਣ ਡਈ ਆ ਤੇ ਰੋਡ ਵੀਲਰ ਚਲਾਉਣ ਡਿਆ ਵਾ, ਹੈ ਨਾ। ਕੋਈ ਦੱਸਿਆ ਵੀ ਚੰਨੀ ਸਾਹਿਬ ਆਪਣੇ ਆਪ ਵਿੱਚ ਹੀ ਕਹਿਣ ਡਿਆ ਨਾ ਕਿ ਮੈਂ ਬੜਾ ਸੋਸ਼ਲ ਮੀਡੀਆ ਤੇ ਜਿਹੜਾ ਵਾ ਹੀਰੋ ਬਣਿਆ ਵਾ। ਕਿਸੇ ਚੱਜ ਦੇ ਕੰਮ 'ਚ ਵੀ ਗਏ ਆ, ਕਿਸੇ ਮੁਲਾਜ਼ਮ ਦੀ ਸਾਰ ਲਈ ਆ। ਧੀਆਂ ਭੈਣਾਂ ਸੜਕਾਂ ਤੇ ਰੁਲਣ ਡੀਆਂ ਹੁਣ ਤੇ ਇਹ ਕਹਿਣ ਡਿਆ ਵਾ ਕਿ ਮੈਂ ਸੜਕਾਂ ਵਾਲੇ ਪਰਲੂ ਚਲਾਉਣ ਡਿਆ ਵਾ, ਰੋਡ ਵੀਲਰ ਤੇ ਚੜਿਆ ਫਿਰਦਾ ਹੈ। ਮੈਨੂੰ ਇਸ ਤੋਂ ਪਹਿਲਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਜਿਹੜਾ ਵਾ ਸਿੱਧੂ ਸਾਹਿਬ ਦੀ ਕੋਠੀ ਬਾਹਰ ਧਰਨਾ ਲਗਾਇਆ ਇਹਨੂੰ? ਤੇ ਸਿੱਧੂ ਸਾਹਿਬ ਕਦੀ ਆ ਕੇ ਤੁਹਾਨੂੰ ਮਿਲੇ ਹੋਣ ਜਾਂ ਮੈਡਮ ਨਵਜੋਤ ਕੌਰ ਸਿੱਧੂ ਮਿਲੇ ਹੋਣ ਵੀ ਇੰਨੀ ਠੰਡ ਤੁਸੀਂ ਬੈਠੇ ਜੇ? ਪੰਜਾਬ ਦੇ ਪੂਰੇ ਪੰਜਾਬ 'ਚ ਵੀ ਸਾਡੀਆਂ ਭੈਣਾਂ ਆਈਆਂ, ਵਰਕਰ ਆਈਆਂ ਵਾ, ਕਿਸੇ ਤਰ੍ਹਾਂ ਦਾ ਮੈਡਮ ਸਿੱਧੂ ਵੱਲੋਂ ਆ ਕੇ ਮਿਲਿਆ ਗਿਆ, ਤੁਹਾਨੂੰ ਕੋਈ ਆਸ਼ਵਾਸਨ ਦਵਾਇਆ ਹੋਵੇ? ਸਰ ਪਹਿਲੇ ਦਿਨ ਜਿਸ ਦਿਨ ਅਸੀਂ ਇੱਥੇ ਧਰਨਾ ਲਾਇਆ ਸੀਗਾ, ਗੁਰਪੁਰਬ ਸੀਗਾ ਉਸ ਦਿਨ ਗੁਰੂ ਨਾਨਕ ਦੇਵ ਜੀ ਦਾ। ਉਸ ਦਿਨ ਸਿੱਧੂ ਸਾਹਿਬ ਆਏ ਆ, ਅਸੀਂ ਗੱਡੀ ਦੇ ਅੱਗੇ ਹੋਏ ਆ। ਉਸ ਦਿਨ ਉਹ ਆਪਣੇ ਆਪ ਆਏ ਆ ਸਾਡੇ ਕੋਲ। ਉਹਨਾਂ ਨੇ ਸਾਡੇ ਨਾਲ ਬਹੁਤ ਹੀ ਪੋਜ਼ਿਟਿਵ ਰਵੱਈਏ ਨਾਲ ਗੱਲ ਕੀਤੀ ਆ। ਅਸੀਂ ਕੋਈ ਉਹ ਨਹੀਂ ਹੈਗੇ, ਅਸੀਂ ਪੜ੍ਹੀ ਲਿਖੀ ਜਮਾਤ ਵਾਂ, ਅਸੀਂ ਕਿਸੇ ਦੇ ਐਂਟੀ ਨਹੀਂ ਬੋਲਦੇ। ਜਦੋਂ ਸਾਨੂੰ ਇੰਨਾ ਕੁ ਖਪਾਇਆ ਗਿਆ ਇਸ ਕਰਕੇ ਅਸੀਂ ਐਂਟੀ ਬੋਲਦੇ ਆ। ਸਾਡੇ ਨਾਲ ਉਹਨਾਂ ਬਹੁਤ ਹੀ ਪੋਜ਼ਿਟਿਵ ਰਵੱਈਏ ਨਾਲ ਗੱਲ ਕੀਤੀ ਆ। ਕਹਿੰਦੇ ਮੈਂ ਤਾਂ ਦੇਵੀ ਦਾ ਪੁਜਾਰੀ ਹੈਗਾ ਵਾਂ, ਮੇਰੇ ਘਰ ਅੱਗੇ ਦੇਵੀਆਂ ਆਈਆਂ ਨੇ ਤੇ ਮੈਂ ਤੁਹਾਡੀ ਪੂਰੀ ਗੱਲ ਕਰੂੰਗਾ। ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਤੁਹਾਨੂੰ ਖਾਲੀ ਨਹੀਂ ਵਾਪਸ ਮੋੜੂੰਗਾ, ਤੁਹਾਡੀਆਂ ਜਾਇਜ਼ ਮੰਗਾਂ ਨੇ। CM ਸਾਹਿਬ ਵੀ ਮੰਨੇ ਆ, ਡਿਪਟੀ CM ਨੇ ਵੀ ਕਿਹਾ ਕਿ ਜਾਇਜ਼ ਮੰਗਾਂ ਨੇ।
ਤੇ ਸਿੱਧੂ ਸਾਹਿਬ ਨੇ ਵੀ ਕਿਹਾ ਹੈ ਕਿ ਜਾਇਜ਼ ਮੰਗਾਂ ਨੇ, ਪਰ ਜੇ ਉਹ ਕੰਮ ਕਰਾ ਰਹੇ ਆ ਫਿਰ ਬਾਰ-ਬਾਰ ਮੈਂ ਇਹੀ ਗੱਲ ਕਹਿ ਰਹੀ ਹਾਂ ਕਿ ਜੇ ਉਹ ਕੰਮ ਕਰਾ ਰਹੇ ਉਸ ਦਿਨ ਆਏ ਆ, ਉਸ ਤੋਂ ਬਾਅਦ ਉਹਨਾਂ ਇੱਕ ਵਾਰ ਵੀ ਸਾਡੇ ਵਿੱਚ ਆਉਣ ਦੀ ਜਿਹੜੀ ਆਉਣਾ ਜ਼ਰੂਰੀ ਨਹੀਂ ਸਮਝਿਆ। ਉਸ ਤੋਂ ਬਾਅਦ ਇਹ ਚੋਰ ਦਰਵਾਜ਼ੇ ਥਾਣੀ ਲੰਘਦੇ ਆ। ਜੇ ਇਹਨਾਂ ਕੰਮ ਨਹੀਂ ਕਰਾਉਣਾ ਤੇ ਬਾਹਰ ਆ ਕੇ ਸਾਨੂੰ ਦੱਸ ਦੇਣ, ਸਾਡੇ ਨਾਲ ਗੱਲ ਤੇ ਕਰਨ, ਸਾਨੂੰ ਕਹਿਣ ਕਿ ਤੁਹਾਡਾ ਕੰਮ ਅਸੀਂ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਅਸੀਂ ਉਹਨਾਂ ਨੂੰ ਪੁੱਛੀਏ, ਕੋਈ ਅਸੀਂ ਦੁਨੀਆ ਤੋਂ ਇਲਾਵਾ ਤੇ ਕੰਮ ਨਹੀਂ ਕਰਾ ਰਹੇ, ਖਾਲੀ ਪਈਆਂ ਪੋਸਟਾਂ ਤੇ ਅਸੀਂ ਕੰਮ ਕਰਦੇ ਪਏ ਹਾਂ, 3-3 ਐਡੀਸ਼ਨਲ ਚਾਰਜ ਆ ਸਾਡੇ ਕੋਲ, ਉਹਨਾਂ ਤੇ ਸਾਨੂੰ ਸ਼ਿਫਟ ਕਰਨਾ ਕਿਹੜਾ ਐਡਾ ਔਖਾ ਕੰਮ ਆ? ਸਰਕਾਰਾਂ ਵਾਸਤੇ ਇਹ ਕੰਮ ਔਖੇ ਨਹੀਂ ਹੈ। 2200 ਮੁਲਾਜ਼ਮ ਨੂੰ ਜਿਹੜਾ ਰੈਗੂਲਰ ਕਰਨਾ, ਜੇ ਸਰਕਾਰ ਆਖੇ ਕਿ ਮੇਰੇ ਖਜ਼ਾਨੇ 'ਚ ਪੈਸਾ ਨਹੀਂ ਤਾਂ ਲਾਹਨਤ ਉਸ ਸਰਕਾਰ ਦੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਜਿਹੜੀਆਂ ਸਾਡੀਆਂ ਭੈਣਾਂ ਵਾ ਮਲਟੀ ਹੈਲਥ ਵਰਕਰ ਜਿਹੜੀਆਂ ਯੂਨੀਅਨ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਨੇ। ਅੱਜ ਜਿਹੜਾ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀ ਕਿ ਗੱਡੀ ਚੜਾਈ ਗਈ ਆ, ਉਸ ਨੂੰ ਲੈ ਕੇ ਵੀ ਕਾਫੀ ਰੋਸ ਜਿਹੜਾ ਪਾਇਆ ਜਾ ਰਿਹਾ ਵਾ ਅਤੇ ਕਿਹਾ ਜਾ ਰਿਹਾ ਵੀ ਉਹਨਾਂ 'ਚ ਜਿਹੜਾ ਧਰਨਾ ਉਹਨਾਂ 'ਚ ਨਹੀਂ ਚੁੱਕਿਆ ਜਾਊਗਾ ਜਿੰਨਾ ਚਿਰ ਇਹਨਾਂ ਦੇ ਖਿਲਾਫ ਜਿਹੜੀ ਆ ਬੰਦੀ ਕਾਰਵਾਈ ਨਹੀਂ ਕੀਤੀ ਜਾਊਗੀ। ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੈਣ ਦੇ ਨਾਲ। ਭੈਣ ਜੀ, ਕੀ ਨਾਮ ਤੁਹਾਡਾ ਤੇ ਕੀ ਹੋਇਆ ਸੀ ਤੁਹਾਡੇ ਨਾਲ? ਹਾਂਜੀ, ਮੇਰਾ ਨਾਮ ਗੁਰਵਿੰਦਰ ਕੌਰ ਜੀ। ਤੇ ਸਵੇਰੇ ਅੱਜ ਨਵੇਂ ਸਾਲ ਦੇ ਕਰਕੇ ਧੀਆਂ ਭੈਣਾਂ ਸਾਰੀਆਂ ਪਹਿਲਾਂ ਤਾਂ 1.5 ਮਹੀਨੇ ਤੋਂ ਇੱਥੇ ਰਹਿ ਰਹੀਆਂ ਸੀ। ਜਿੱਦਣ ਅਸੀਂ ਆਈਆਂ ਸੀਗੀਆਂ 15 ਤਰੀਕ ਨੂੰ, ਗੁਰੂ ਨਾਨਕ ਸਾਹਿਬ ਜੀ ਦਾ ਜਿੱਦਣ ਪ੍ਰਕਾਸ਼ ਦਿਵਸ ਸੀਗਾ, ਉਦਣ ਸਿੱਧੂ ਸਾਹਿਬ ਸਾਡੇ ਕੋਲ ਆਏ। ਸਾਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਨੇ ਸਾਡੀ ਕੁਛ ਨਾ ਕੁਛ ਹਮਾਇਤ ਕਰਨਗੇ, ਸਾਡਾ ਇਹ ਕੁਝ ਸੋਚਣਗੇ। ਤੇ ਜੇ ਪਾਕਿਸਤਾਨ ਦਾ ਗੇਟ ਖਲਵਾ ਸਕਦੇ ਆ ਤੇ ਇਹ ਸਾਡੀ ਮਾਮੂਲੀ ਜੀ ਮੰਗ ਹੈ। ਇਹਨਾਂ ਦੇ ਵਾਸਤੇ ਇੱਕ ਮਾਮੂਲੀ ਜੀ ਮੰਗ ਨੂੰ ਸਰਕਾਰ ਜਲਦੀ ਨਾਲ ਮੰਗ ਮੰਨ ਲੇਗੀ। ਪਰ ਸਾਨੂੰ ਇਹ ਨਹੀਂ ਸੀਗਾ ਪਤਾ ਵੀ ਇਹ ਸਾਰੇ ਮਿਲੇ ਹੋਏ ਨੇ, ਸਾਰੇ ਮਿਲੇ ਹੋਏ ਇੱਕ ਦੂਜੇ ਦੇ ਨਾਲ। ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰਨੀ। ਅੱਜ ਇੱਕ ਤਰੀਕ ਨਵੇਂ ਸਾਲ ਦੇ ਕਰਕੇ ਕੁੜੀਆਂ ਖੁਸ਼ੀ ਦੇ ਨਾਲ ਫੇਰ ਆਈਆਂ ਜ਼ਿਆਦਾ ਜਣੀਆਂ ਵੀ ਅਸੀਂ ਨਵਜੋਤ ਸਿੱਧੂ ਨੂੰ ਮਿਲਣਾ ਵਾ, ਅਸੀਂ ਆਪਣੀ ਮੰਗ ਫੇਰ ਇੱਕ ਵਾਰੀ ਰਿਪੀਟ ਕਰਨੀ ਆ। ਪਰ ਇਹਨਾਂ ਨੇ ਮਿਲਣ ਦੀ ਬਜਾਏ ਪਿਛਲੇ ਗੇਟ ਥਾਣੀ ਕੁੜੀਆਂ ਵੇਖੀਆਂ ਘੱਟ ਨੇ, ਅੱਗੇ ਜ਼ਿਆਦਾ ਨੇ। ਇਹਨਾਂ ਨੇ ਜ਼ੋਰ ਦੀ ਗੱਡੀ ਆਪਣੀ ਫੋਰਚੂਨਰ ਕੱਢੀ, ਵਿੱਚ ਆਪ ਬੈਠੇ ਹੋਏ ਸੀਗੇ। ਇਹਨਾਂ ਨੇ ਉੱਪਰੋਂ ਦੀ ਕੁੜੀਆਂ ਦੇ ਗੱਡੀ 'ਚ ਲੰਘਾ ਦਿੱਤੀ। ਜੱਡ ਸਿਕਿਉਰਿਟੀ ਨੇ ਕੁੜੀਆਂ ਦੇ ਕੱਪੜਿਆਂ ਤੱਕ ਖਿੱਚੇ, ਕੁੜੀਆਂ ਦੀਆਂ ਗੁੱਤਾਂ ਤੱਕ ਖਿੱਚ ਕੇ ਕੁੜੀਆਂ ਨੂੰ ਪਾਸੇ ਕੀਤਾ। ਇੱਥੋਂ ਤੱਕ ਪਿੱਛੇ ਜਾ ਕੇ ਤੁਸੀਂ ਵੇਖ ਸਕਦੇ ਜੇ ਪਾਣੀ ਇੰਨਾ ਖੁੱਲਾ ਛੱਡਾ ਹੋਇਆ ਵਾ, ਕੁੜੀਆਂ ਨੂੰ ਪਾਣੀ ਦੇ ਵਿੱਚੋਂ ਦੀ ਧੋਇਆ ਗਿਆ ਜੇ। ਤੁਹਾਡੇ ਵੀ ਜਿਹੜਾ ਵਾ ਕੇਸੀ ਨੂੰ ਹੱਥ ਪਾਇਆ ਗਿਆ, ਤੁਹਾਡੀ ਪੱਗ ਨੂੰ ਹੱਥ ਪਾਇਆ ਗਿਆ। ਮੇਰੀ ਦਸਤਾਰ ਬਿਲਕੁਲ ਢਿੱਲੀ ਹੋ ਗਈ ਸੀ, ਉਹਨਾਂ ਦੀਆਂ ਬਾਹਾਂ ਦੇ ਵਿੱਚ ਆ ਗਈ ਮੇਰੀ ਦਸਤਾਰ। ਉਹਨਾਂ ਨੇ ਖਿੱਚ ਕੇ ਸਾਨੂੰ ਸਾਈਡ ਤੇ ਕੀਤਾ। ਕੀ ਮੰਗ ਕਰੋਗੇ ਹੁਣ ਸਰਕਾਰ ਕੋਲ? ਸਿੱਧੂ ਚੰਨੀ ਸਾਹਿਬ ਜਿਹੜੇ ਚੰਨੀ ਸਾਹਿਬ ਕਹਿੰਦੇ ਵੀ ਆਮ ਲੋਕਾਂ ਦੀ ਸਰਕਾਰ ਆ, ਕੀ ਸੁਣਿਆ ਦਿਆ ਜਾਊ ਚੰਨੀ ਸਾਹਿਬ ਨੂੰ? ਚੰਨੀ ਸਾਹਿਬ ਨੂੰ ਤਾਂ ਇਹੋ ਗੱਲ ਕਹਿੰਦੇ ਆ, ਵੇਖੋ ਜੀ, ਜੇ ਤੁਸੀਂ ਕਹਿੰਦੇ ਜੇ ਕਿ ਵੀ ਇਹ ਪੰਜਾਬ ਦੀਆਂ ਧੀਆਂ ਮੇਰੀਆਂ ਭੈਣਾਂ ਵਾ, ਮੈਂ ਇਹਨਾਂ ਕੋਲ ਰੱਖੜੀ ਬਣਾਉਣੀ ਆ, ਜੇ ਉਹ ਭੈਣਾਂ ਨੇ ਤੇ ਅਸੀਂ ਕੀ ਆ? ਸਾਨੂੰ ਸਿਰਫ ਇਹ ਜਵਾਬ ਦੇ ਦੇਣ, ਇਹ ਕੌਣ ਨੇ ਤੇ ਅਸੀਂ ਕੌਣ ਆ? ਚੰਨੀ ਜੀ ਤੁਹਾਡੀਆਂ ਕੀ ਲੱਗਦੀਆਂ ਵਾ? ਕੀ ਗੱਲ ਸਾਡੇ ਤੇ ਤੁਹਾਨੂੰ ਤਰਸ ਨਹੀਂ ਆ ਰਿਹਾ? ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਸਿੱਧੂ ਸਾਹਿਬ ਦੀ ਕੋਠੀ ਦੇ ਬਾਹਰ ਕਿਸ ਤਰ੍ਹਾਂ ਜਿਹੜਾ ਵਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਵੱਡੀ ਤਾਦਾਦ ਵਿੱਚ ਜਿਹੜੇ ਕਿ ਮਲਟੀ ਹੈਲਥ ਵਰਕਰ ਜਿਹੜੀਆਂ ਵਾ ਅਤੇ ਸਰਕਾਰ ਦੇ ਖਿਲਾਫ ਜਿਹੜੇ ਉਹ ਨਾਅਰੇਬਾਜ਼ੀ ਉਹਨਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਆ ਅਤੇ ਕਿਹਾ ਵੀ ਜਿੰਨਾ ਚਿਰ ਸਰਕਾਰ ਉਹਨਾਂ ਨੂੰ ਪੱਕਿਆ ਨਹੀਂ ਕਰਦੀ ਉਹਨਾਂ ਚਿਰ ਹੀ ਜਿਹੜੇ ਧਰਨੇ ਪ੍ਰਦਰਸ਼ਨ ਜਿਹੜੇ ਉਹ ਚੱਲਦੇ ਰਹਿਣਗੇ। ਪਾਉ ਕਰੀਓ ਬੀਬੀ ਅਨਮੋਲ ਜੀ, ਗੱਲਬਾਤ ਕਰ ਲੈਂਦੇ ਭੈਣ ਜੀ ਨਾਲ। ਭੈਣ ਜੀ, ਹੋਇਆ ਕੀ ਸੀ? ਤੁਸੀਂ ਦੱਸੋ, ਤੁਸੀਂ ਮੌਕੇ ਤੇ ਸੀ, ਪਹਿਲਾਂ ਹੋਇਆ ਕੀ ਸੀ, ਹਾਲਾਤ ਕੀ ਸੀ? ਦੱਸੋ ਦਰਸ਼ਕਾਂ ਵੱਲੋਂ ਹੋਇਆ ਨਹੀਂ, ਤੁਸੀਂ ਦੱਸੋ ਪਹਿਲਾਂ ਕੀ ਹੋਇਆ ਸੀ? ਸਰ ਮੈਂ ਨਾ ਬੋਲ ਕੇ ਮੇਰਾ ਗਲਾ ਬਹਿ ਗਿਆ। ਕੋਈ ਗੱਲ ਨਹੀਂ, ਥੋੜਾ ਪਲੀਜ਼ ਬੋਲ ਪਲੀਜ਼ ਥੋੜਾ। ਹਾਂਜੀ ਸਰ, ਅਸੀਂ ਆਏ ਸੀ ਬੜੇ ਆਸ਼ਵਾਸਨ ਦੇ ਨਾਲ ਕਿ ਸਿੱਧੂ ਸਾਹਿਬ ਨੇ ਸਾਨੂੰ ਬੜਾ ਆਸ਼ਵਾਸਨ ਦੇ ਕੇ ਇੱਥੇ ਬਿਠਾਇਆ ਸੀ ਕਿ ਮੇਰੀਆਂ ਭੈਣੋ, ਤੁਸੀਂ ਮੇਰੀਆਂ ਭੈਣਾਂ ਜੇ ਤੇ ਬੈਠੋ ਇੱਥੇ ਧਰਨਾ ਲਾਓ, ਤੁਹਾਨੂੰ ਮੈਂ ਆਰਡਰ ਦੇ ਕੇ। ਇਹ 15/11/2021 ਦੀ ਗੱਲ ਹੈ, ਜਿਸ ਟਾਈਮ ਤੇ ਅਸੀਂ ਫਸਟ ਧਰਨਾ ਸਾਡਾ ਸੀਗਾ। ਅਸੀਂ ਕੋਈ ਧਰਨਾ ਲਾਉਣ ਵਾਸਤੇ ਇੱਥੇ ਨਹੀਂ ਸੀ ਆਏ। ਸਾਨੂੰ ਧਰਨਾ ਲਵਾਉਣ ਵਾਲੇ, ਸਾਡਾ ਧਰਨਾ ਲਵਾਉਣ ਵਾਲੇ ਸਿੱਧੂ ਸਾਹਿਬ ਨੇ। ਜੇ ਅੱਜ ਓਪੀ ਸੋਨੀ ਜੀ ਕਹਿੰਦੇ ਨੇ ਕਿ ਤੁਸੀਂ 1.5 ਮਹੀਨੇ ਤੋਂ ਕੰਮ ਬੰਦ ਕੀਤਾ, ਤੇ ਮੈਂ ਓਪੀ ਸੋਨੀ ਜੀ ਨੂੰ ਸਰ ਨੂੰ ਕਹਿੰਨੀ ਆ ਕਿ ਸਰ, ਜੇ ਸਾਡਾ ਧਰਨਾ ਲਵਾਇਆ ਤਾਂ ਸਿੱਧੂ ਸਾਹਿਬ ਨੇ ਸਾਡਾ ਧਰਨਾ ਲਵਾਇਆ, ਸਾਨੂੰ ਆਸ਼ਵਾਸਨ ਦੇ ਕੇ ਕਿ ਤੁਸੀਂ ਇੱਥੇ ਲਾਓ ਧਰਨਾ, ਤੇ ਮੈਂ ਤੁਹਾਡਾ ਜਿਹੜਾ ਕੰਮ ਕਰਾਵਾਂਗਾ 100% ਤੁਹਾਨੂੰ ਆਰਡਰ ਦਵਾ ਕੇ ਇੱਥੇ ਪਹੁੰਚਾਵਾਂਗਾ। ਕਿਉਂਕਿ ਹੁਣ ਕੈਬਨਿਟ ਦੀ ਮੀਟਿੰਗਾਂ ਬਹੁਤ ਸਾਰੀਆਂ ਲੰਘੀਆਂ, ਬਹੁਤ ਸਾਰੀਆਂ ਕੈਬਨਿਟ ਦੀਆਂ ਮੀਟਿੰਗਾਂ ਲੰਘੀਆਂ, ਪਰ ਇਹਨਾਂ ਮੀਟਿੰਗਾਂ ਵਿੱਚ ਸਾਡਾ ਕੰਮ ਨਹੀਂ ਹੋਇਆ। ਅੱਜ ਅਸੀਂ ਬੜੀ ਆਸ ਲੈ ਕੇ ਅਸੀਂ ਭੈਣਾਂ ਆਈਆਂ ਸੀ ਕਿ ਇਹ ਸਾਡਾ ਵੀਰ ਹੈ, ਆਪਣੇ ਆਪ ਨੂੰ ਸਾਡਾ ਵੀਰ ਕਹਿੰਦਾ ਆ ਕਿ ਮੈਂ ਤੁਹਾਡਾ ਵੀਰ ਆ। ਤੇ ਅਸੀਂ ਸੋਚਿਆ ਕਿ ਸ਼ਾਇਦ ਇਹ ਵੀਰ ਸਾਨੂੰ ਨਵੇਂ ਸਾਲ ਤੇ ਕੋਈ ਤੋਹਫਾ ਹੀ ਦੇ ਦੇ, ਜਾਂ ਸਾਡੀ ਚੰਨੀ ਸਾਹਿਬ ਨਾਲ ਸਾਡੀ ਸੁਣਵਾਈ ਕਰਦੇ। ਪਰ ਇਹਨਾਂ ਨੇ ਇੱਕ ਬੜੀ ਲੁੰਬੜ ਚਾਲ ਖੇਲੀ। ਇਹਨਾਂ ਸਾਡੀਆਂ ਕੁੜੀਆਂ ਸਾਰੇ ਇਹਨਾਂ ਦੇ ਗੇਟਾਂ ਅੱਗੇ ਖੜੀਆਂ ਸੀ ਕਿ ਜਿੱਧਰ ਨੂੰ ਜਾਣਗੇ ਅਸੀਂ ਇਹਨਾਂ ਨੂੰ ਰਿਕੁਐਸਟ ਕਰਾਂਗੇ। ਸਾਡੀਆਂ ਕੁੜੀਆਂ ਜਦੋਂ ਇਹਨਾਂ ਨੂੰ ਰਿਕੁਐਸਟ ਕਰ ਰਹੀਆਂ ਸੀ, ਇਹਨਾਂ ਦੀ Z+ ਜਿਹੜੀ ਫੋਰਸ ਆ, ਉਹਨੇ ਸਾਡੀਆਂ ਕੁੜੀਆਂ ਨੂੰ ਖਿੱਚ ਕੇ ਉਹਨਾਂ ਨੂੰ ਸੁੱਟਿਆ, ਉਹਨਾਂ ਦੀਆਂ ਅਸ਼ਲੀਲ ਗਾਲਾਂ ਕੱਢੀਆਂ ਉਹਨਾਂ ਨੂੰ, ਕੁੜੀਆਂ ਨੂੰ। ਇਹਨਾਂ ਦੀ Z+ ਜਿਹੜੀ ਫੋਰਸ ਸੀ, ਕਿਉਂਕਿ ਸਿੱਧੂ ਸਾਹਿਬ ਤੇ ਆਪ ਗੱਡੀ ਤੇ ਬੈਠੇ, ਉਹਨਾਂ ਦੇ ਕਹਿਣ ਤੇ ਹੀ ਉਹਨਾਂ ਨੇ ਗਾਲਾਂ ਕੱਢੀਆਂ। ਤੇ ਸਿੱਧੂ ਸਾਹਿਬ ਜਿਹੜੀ ਗੱਡੀ ਤੇ ਫੋਰਚੂਨ ਗੱਡੀ ਤੇ ਸੀ, ਸਾਡੀ ਭੈਣ ਜਦੋਂ ਉਹਨਾਂ ਦੇ ਅੱਗੇ ਆਈ ਕਿ ਸਰ ਪਲੀਜ਼ ਸਾਡੀ ਰਿਕੁਐਸਟ ਨੂੰ ਹੱਥ ਜੋੜ ਕੇ, ਪਰ ਸਿੱਧੂ ਸਾਹਿਬ ਨੇ ਉਹਨਾਂ ਨੂੰ ਸਾਈਡ ਮਾਰ ਕੇ ਉਹ ਆਪ ਆਪਣੀ ਗੱਡੀ ਭਜਾ ਕੇ ਚਲੇ ਗਏ। ਸਾਡੀ ਉਹ ਕੁੜੀ ਜਿਹੜੀ ਆ ਅੱਜ ਬੇਬੇ ਨਾਨਕੀ ਹਸਪੀਟਲ 'ਚ ਐਡਮਿਟ ਆ, ਉਹਦੀ ਡਿਸਕ ਦੀ ਪ੍ਰੋਬਲਮ ਇੱਥੋਂ ਤੱਕ ਆ ਕਿ ਹੁਣ ਉਹਦੀ MRI ਹੋਏਗੀ, ਪਤਾ ਲੱਗੇਗਾ ਕਿ ਉਹਦੇ ਮਣਕੇ ਟੁੱਟੇ ਆ ਕਿ ਕੀ ਹੋਇਆ, ਕਿਉਂਕਿ ਉਹ ਕੁੜੀ ਨਾ ਚੱਲ ਸਕਦੀ ਆ, ਨਾ ਉਹ ਫਿਰ ਸਕਦੀ, ਨਾ ਉਹ ਬਹਿ ਸਕਦੀ ਹੈ। ਪਰ ਭੈਣ ਜੀ, ਕੀ ਕਹਿਣਾ ਚਾਹੋਗੇ? ਆਏ ਦਿਨ ਜਿਹੜੇ ਕਿ ਮੁੱਖ ਮੰਤਰੀ ਪੰਜਾਬ
ਤੁਹਾਡੇ ਚੰਨੀ ਸੀ ਚੰਨੀ ਲੋਕਾਂ ਨੂੰ ਤੋਹਫੇ ਦਿੰਦੇ ਨੇ, ਨਵਾਂ ਸਾਲ ਚੜਿਆ ਵਾ, ਕੀ ਲੱਗਦਾ ਤੁਹਾਨੂੰ ਇਸ ਤਰ੍ਹਾਂ ਤੋਹਫਾ ਦਿੱਤਾ ਗਿਆ ਵਾ? ਅਸੀਂ ਮਤਰੇ ਆ ਚੰਨੀ ਸਾਹਿਬ ਵਾਸਤੇ। ਚੰਨੀ ਸਾਹਿਬ ਸਾਰਿਆਂ ਨੂੰ ਕਹਿੰਦੇ ਮੇਰੀਆਂ ਭੈਣਾਂ ਨੇ, ਇਹ ਭੈਣਾਂ ਨਹੀਂ ਦੇਖਦੀਆਂ ਚੰਨੀ ਸਾਹਿਬ ਨੂੰ। ਅਸੀਂ ਐਸਾ ਕਿਹੜਾ ਮਾੜਾ ਕਰਮ ਕਰ ਦਿੱਤਾ ਚੰਨੀ ਸਾਹਿਬ ਜੀ ਕਿ ਤੁਸੀਂ ਸਾਡੇ ਤੱਕ? ਮੈਂ ਬੜੀਆਂ ਅਪੀਲਾਂ ਕੀਤੀਆਂ, ਮੇਰੀ ਜਦੋਂ ਵੀ ਕਿਤੇ ਕਿਸੇ ਵੀ ਤੁਹਾਡੇ ਵੀਰ ਭਰਾ ਜਦੋਂ ਆਉਂਦੇ ਬਾਈਟ ਲੈਂਦੇ, ਮੈਂ ਹਮੇਸ਼ਾ ਉਹਨਾਂ ਨੂੰ ਅਪੀਲ ਕੀਤੀ, ਉਹਨਾਂ ਨੂੰ ਰਿਕਵੈਸਟ ਕੀਤੀ ਆ, ਅੱਜ ਵੀ ਕਰ ਰਹੇ ਆ ਕਿ ਚੰਨੀ ਸਾਹਿਬ ਸਾਡੇ ਕੋਲ ਕਿਹੜੀ ਗਲਤੀ ਹੋ ਗਈ? ਕੀ ਅਸੀਂ ਪੜ੍ਹ ਲਿਆ? ਕੀ ਅਸੀਂ ਡਿਗਰੀਆਂ ਕਰ ਲਈਆਂ? ਕੀ ਅਸੀਂ 15 ਸਾਲ ਇਸ ਡਿਪਾਰਟਮੈਂਟ ਨੂੰ ਆਪਣੀ ਜ਼ਿੰਦਗੀ ਦੀ ਨਿਸ਼ਾਵਰ ਕਰ ਦਿੱਤੀ? ਇਹ ਸਾਡੀ ਗਲਤੀ ਆ। ਬੜੀ ਡੈਡੀਕੇਸ਼ਨ ਆ। ਤੁਹਾਡਾ ਬਰਥ ਰੇਟ ਤੋਂ ਲੈ ਕੇ ਮਟਰਨਲ ਡੈਥ ਰੇਟ ਘਟਾਇਆ, ਹੋਮ ਡਿਲੀਵਰੀਆਂ ਬੰਦ ਕਰਵਾਈਆਂ, ਵੈਕਸੀਨੇਸ਼ਨ ਕੀਤੀ, ਕੋਵਿਡ ਵਿੱਚ ਅਸੀਂ ਟੈਸਟ ਕੀਤੇ, ਵੈਕਸੀਨੇਸ਼ਨ ਕੀਤੀ। ਜੇ ਅੱਜ ਕੋਵਿਡ ਜਿਹੜਾ ਖਤਮ ਆ ਤਾਂ ਸਾਡੇ ਕਾਰਨ ਕਰਕੇ ਹੁਣ ਓਮਿਕਰੋਨ ਮਾਰਿਆ। ਹੁਣ ਜੋ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਤੁਸੀਂ ਡਿਊਟੀਆਂ ਨਹੀਂ ਕਰ ਰਹੇ, ਕੀ ਤੁਹਾਨੂੰ ਨੀਡ ਮਹਿਸੂਸ ਜੇ ਸਾਡੀ ਹੁੰਦੀ ਹੈ ਤਾਂ ਫਿਰ ਸਾਡੇ ਨਾਲ ਇਹ ਮਤਰਈ ਮਾਮਲਾ ਕਿਉਂ ਹੱਲ ਹੋ ਰਿਹਾ? ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਵੱਡੀ ਤਾਦਾਦ ਵਿੱਚ ਜਿਹੜੇ ਕੀ ਮਲਟੀ ਹੈਲਥ ਵਰਕਰ ਵੱਲੋਂ ਜਿਹੜਾ ਬਈ ਸਿੱਧੂ ਸਾਹਿਬ ਦੀ ਕੋਠੀ ਬਾਅਦ ਜਿਹੜਾ ਵਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ, ਤੇ ਉਹਨਾਂ ਕਿਹਾ ਵੀ ਜਿੰਨਾ ਚਿਰ ਉਹਨੇ ਹੱਕੀ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਉਹਨਾਂ ਚਿਰ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਰਹੇਗਾ। ਮੈਨੂੰ ਦਿਓ ਇਜਾਜ਼ਤ। ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।